ਕਈ ਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦਾ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤਾ। ਪਵਿੱਤਰ ਬਾਣੀ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਆਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹਉ ਵਾਰੀ ਜਿਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ। ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਤੀਸਰੇ ਪਾਤਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 120 ਦੇ ਉੱਪਰ ਸਬਾਈਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਨੂੰ ਆਪ ਜੀ ਨੇ ਸਰਵਨ ਕੀਤਾ। ਰਹਾਉ ਦਾ ਮਤਲਬ ਹੈ ਵਿਸ਼ਰਾਮ, ਰੁਕਣਾ। ਇਸ ਪਾਵਨ ਪੰਕਤੀ ਦੀ ਵਿਚਾਰ ਨੂੰ ਸਮਝ ਕੇ ਫਿਰ ਅੱਗੇ ਨੂੰ ਚੱਲਣਾ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ। ਹਉ ਵਾਰੀ ਜਿਉ ਵਾਰੀ, ਸਭ ਕਹਿੰਦੇ ਮੈਂ ਵਾਰੇ ਜਾਵਾਂ, ਸਦਕੇ ਜਾਵਾਂ, ਬਲਹਾਰੇ ਜਾਵਾਂ। ਰਾਮ ਨਾਮ ਮਨ ਵਸਾਵਣਿਆ, ਜਿਨੇ ਆਪਣੇ ਮਨ ਵਿੱਚ ਰਾਮ ਰਮੇ ਹੋਏ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ। ਪਰਮੇਸ਼ਵਰ ਦਾ ਨਾਮ ਮਨ ਵਿੱਚ ਵਸਾਉਣਾ ਹੀ ਕਠਿਨ ਹੈ। ਬਹੁਤਾਤ ਵਿੱਚ ਸਾਡੀ ਰਸਨਾ ਤੇ ਇਹੀ ਬੋਲ ਹੁੰਦੇ ਨੇ ਕਿ ਅਸੀਂ ਪਾਠ ਬਹੁਤ ਕਰਦੇ ਹਾਂ, ਅਸੀਂ ਕੀਰਤਨ ਬਹੁਤ ਸੁਣਦੇ ਹਾਂ, ਅਸੀਂ ਅਭਿਆਸ ਬਹੁਤ ਕਰਦੇ ਹਾਂ, ਪਰ ਸਾਡੀ ਸੁਰਤ ਨਹੀਂ ਲੱਗਦੀ। ਸਾਡਾ ਧਿਆਨ ਜਿਹੜਾ ਹੋਰ ਪਾਸੇ ਬਦੋ ਬਦੀ ਚਲਾ ਜਾਂਦਾ ਹੈ। ਇਹਦਾ ਮਤਲਬ ਹਜੇ ਮਨ ਵਿੱਚ ਨਾਮ ਵਸਿਆ ਨਹੀਂ, ਕਿਉਂਕਿ ਜਿਹਦੇ ਅੰਦਰ ਮਨ ਵਿੱਚ ਨਾਮ ਵਸ ਜਾਏ ਉਹਦਾ ਮਨ ਟਿਕ ਜਾਂਦਾ ਹੈ, ਔਰ ਜਿਹਦਾ ਮਨ ਟਿਕਾ ਵਿੱਚ ਆ ਗਿਆ ਉਹਦੇ ਅੰਦਰ ਕੋਈ ਫੁਰਨਾ ਨਹੀਂ ਬਣਦਾ। ਉਹਦਾ ਧਿਆਨ ਕਿਸੇ ਹੋਰ ਪਾਸੇ ਨੂੰ ਨਹੀਂ ਜਾਂਦਾ, ਉਹਦੀ ਸੁਰਤ ਕਿਤੇ ਹੋਰ ਨਹੀਂ ਲੱਗਦੀ। ਇਸ ਲਈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅਭਿਆਸ ਕੀਤਾ ਤੇ ਮਾਲਕ ਦੀ ਕਿਰਪਾ ਲਈ, ਕਿਉਂਕਿ ਅਭਿਆਸ ਕਰਨਾ, ਅਸੀਂ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਨਾ, ਪਰ ਉਹਦੇ ਨਾਲ ਨਾਲ ਵਾਹਿਗੁਰੂ ਜੀ ਦੀ ਕਿਰਪਾ ਵੀ ਚਾਹੀਦੀ ਹੈ।
ਤੇ ਜਿਨ੍ਹਾਂ ਉੱਪਰ ਵਾਹਿਗੁਰੂ ਦੀ ਕਿਰਪਾ ਹੋਈ ਉਹਨਾਂ ਨੇ ਆਪਣੇ ਮਨ ਵਿੱਚ ਨਾਮ ਵਸਾਇਆ, ਤੇ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਨਾਮ ਨੂੰ ਵਸਾਇਆ, ਹਉ ਵਾਰੀ ਜੀਉ ਵਾਰੀ, ਮੈਂ ਉਹਨਾਂ ਤੋਂ ਵਾਰੇ ਬਲਿਹਾਰੇ ਜਾਵਾਂ। ਹੁਣ ਪੁੱਛਿਆ ਵੀ ਇਹ ਨਾਮ ਮਨ ਵਿੱਚ ਵਸਿਆ ਕਿਵੇਂ? ਸਭ ਕਹਿੰਦੇ ਹੇ ਵਾਹਿਗੁਰੂ ਜੀਓ, ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ। ਹਾਲਾਂਕਿ ਪਰਮੇਸ਼ਵਰ ਜਿਹਦਾ ਨਾਮ ਅਸੀਂ ਆਪਣੇ ਮਨ ਵਿੱਚ ਵਸਾਉਣਾ ਹੈ, ਜਿਹਦੀ ਰੱਬੀ ਬਾਣੀ ਦਾ ਅਸੀਂ ਪਾਠ ਕਰਦੇ ਹਾਂ, ਉਸ ਰੱਬ ਨੂੰ ਤਾਂ ਵੇਖਿਆ ਨਹੀਂ। ਜਿਸ ਪਰਮੇਸ਼ਵਰ ਦਾ ਨਾਮ ਜਪਦੇ ਹਾਂ, ਉਸ ਪਰਮੇਸ਼ਵਰ ਨੂੰ ਤਾਂ ਦੇਖਿਆ ਨਹੀਂ। ਕੁਦਰਤ ਨੂੰ ਦੇਖਿਆ ਹੈ ਪਰ ਕਾਦਰ ਨੂੰ ਨਹੀਂ ਦੇਖਿਆ। ਕੁਦਰਤ ਦੀ ਸਮਝ ਤਾਂ ਆ ਰਹੀ ਹੈ ਪਰ ਕਾਦਰ ਦੀ ਸਮਝ ਨਹੀਂ ਆਉਂਦੀ। ਉਹਦਾ ਕਾਰਨ ਕੀ ਹੈ ਕਿ ਤਿਸ ਉਸ ਮਾਲਕ ਦਾ ਰੂਪ ਨਾ ਰੇਖਿਆ ਵਰਨ ਨਾ ਕੋਈ। ਉਹਦਾ ਕੋਈ ਰੂਪ ਰੰਗ ਨਹੀਂ ਹੈ, ਉਹਦਾ ਕੋਈ ਚੱਕਰ ਚਿਹਨ ਨਹੀਂ ਹੈ, ਉਹਦੀ ਕੋਈ ਸ਼ਕਲ ਸੂਰਤ ਨਹੀਂ ਹੈ, ਉਹਦੀ ਕੋਈ ਮੂਰਤ ਨਹੀਂ ਹੈ, ਪਰ ਉਹ ਹੈ ਸਭਨਾਂ ਦੇ ਅੰਦਰ ਵਰਤ ਰਿਹਾ, ਸਭਨਾਂ ਦੇ ਆਸ-ਪਾਸ ਵਰਤ ਰਿਹਾ ਹੈ। ਪਰ ਸਾਨੂੰ ਉਹਦੀ ਸੋਝੀ ਨਹੀਂ ਕਿ ਉਹ ਸਭਨਾਂ ਦੇ ਅੰਦਰ ਵਸਣ ਵਾਲਾ ਹਰ ਇੱਕ ਥਾਂ ਤੇ ਵਰਤ ਰਿਹਾ ਹੈ। ਜੇ ਕੁਦਰਤ ਹਰਕਤ ਕਰ ਰਹੀ ਹੈ ਤਾਂ ਕਰ ਰਹੀ ਹੈ ਕਿਉਂਕਿ ਕਾਦਰ ਵਿੱਚ ਵਸਦਾ ਹੈ। ਜੇ ਕਾਦਰ ਵਿੱਚ ਨਾ ਵਸਦਾ ਹੋਵੇ ਤੇ ਕੁਦਰਤ ਕਦੇ ਹਰਕਤ ਨਹੀਂ ਕਰੇਗੀ। ਅਸੀਂ ਸਰੀਰ ਸਾਡੀ ਬਾਡੀ ਹਰਕਤ ਕਰ ਰਹੀ ਹੈ, ਅੱਖਾਂ ਨਾਲ ਦੇਖ ਰਹੇ ਹਾਂ, ਕੰਨਾਂ ਨਾਲ ਸੁਣ ਰਹੇ ਹਾਂ, ਜ਼ੁਬਾਨ ਨਾਲ ਬੋਲ ਰਹੇ ਹਾਂ, ਸਾਡੇ ਹੱਥ ਪੈਰ ਚੱਲਦੇ ਆ, ਇਹ ਹਰਕਤ ਕਰ ਰਹੇ ਆ। ਕਿਉਂ? ਕਿਉਂਕਿ ਅੰਦਰ ਜੀਵ ਆਤਮਾ ਰੱਬੀ ਜੋਤ ਹੈ। ਤੇ ਜਿਸ ਦਿਨ ਅੰਦਰੋਂ ਰੱਬੀ ਜੋਤ ਨਿਕਲ ਜਾਏ ਉਸ ਦਿਨ ਇਹ ਸਰੀਰ ਹਰਕਤ ਨਹੀਂ ਕਰੇਗਾ। ਜੇ ਇਹਦੀਆਂ ਅੱਖਾਂ ਖੁੱਲੀਆਂ ਨੇ ਤੇ ਖੁੱਲੀਆਂ ਹੀ ਰਹਿ ਜਾਂਦੀਆਂ ਨੇ, ਜੇ ਇਹਦਾ ਮੂੰਹ ਖੁੱਲਾ ਤੇ ਖੁੱਲਾ ਹੀ ਰਹਿ ਜਾਂਦਾ ਹੈ, ਇਹ ਹਰਕਤ ਕਰਨ ਤੋਂ ਹਟ ਜਾਂਦਾ ਹੈ। ਇਹ ਸਰੀਰ, ਇਹ ਸਾਡੀ ਬਾਡੀ ਜਦੋਂ ਰੱਬੀ ਜੋਤ ਵਿੱਚੋਂ ਨਿਕਲ ਜਾਏ। ਇਸੇ ਤਰ੍ਹਾਂ ਕੁਦਰਤ ਦੀ ਹਰਕਤ ਵਿੱਚ ਹੈ, ਪਰ ਕਿਉਂ? ਕਿਉਂਕਿ ਇਹਦੇ ਵਿੱਚ ਕਾਦਰ ਹੈ। ਜੇ ਅਸੀਂ ਕਾਦਰ ਨੂੰ ਨਹੀਂ ਮੰਨਦੇ ਤੇ ਉਹਦੀ ਬਣਾਈ ਹੋਈ ਕੁਦਰਤ ਨੂੰ ਵੀ ਸਾਨੂੰ ਜਿਹੜਾ ਉਹ ਮੰਨਣਾ ਔਖਾ ਹੋ ਜਾਏਗਾ। ਇਸ ਲਈ ਸਾਹਿਬ ਜੀ ਨੇ ਆਖਿਆ ਕਿ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਮਨ ਵਿੱਚ ਨਾਮ ਵਸਾਇਆ। ਪਰ ਸਮਝ ਕਿਹਨੂੰ ਆਈ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਵੀ ਰੰਗ ਨਹੀਂ, ਉਹਦੀ ਕੋਈ ਵੀ ਸ਼ਕਲ ਸੂਰਤ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤਰੈ ਗੁਣ ਤੇ ਪ੍ਰਭ ਭਿੰਨ। ਉਹ ਤਿੰਨਾਂ ਗੁਣਾਂ ਤੋਂ ਭਿੰਨ ਹੈ, ਵੱਖਰਾ ਹੈ। ਸੰਸਾਰ ਦੇ ਵਿੱਚ ਰਹਿ ਕੇ ਵੀ ਸੰਸਾਰ ਤੋਂ ਨਿਰਲੇਪ ਹੈ। ਇਸ ਲਈ ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿੰਨ ਨਹੀਂ, ਸ਼ਕਲ ਨਹੀਂ, ਸੂਰਤ ਨਹੀਂ। ਪਰ ਸਮਝਿਆ ਕਿਵੇਂ ਹੈ? ਕਹਿੰਦੇ ਨੇ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ, ਗੁਰਮਤੀ ਆਪ ਬੁਝਾਵਣਿਆ। ਗੁਰਮਤੀ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੀ ਮੱਤ ਦੇ ਰਾਹੀਂ, ਜਿਨ੍ਹਾਂ ਨੂੰ ਗੁਰੂ ਦੀ ਮੱਤ ਦੇ ਦੁਆਰਾ ਆਪ ਸਮਝਾ ਦਿੱਤਾ, ਆਪਣੇ ਆਪੇ ਦੀ ਸੋਝੀ ਦੇ ਦਿੱਤੀ, ਆਪਣੇ ਆਪੇ ਦਾ ਗਿਆਨ ਦੇ ਦਿੱਤਾ। ਹੁਣ ਗੁਰੂ ਕੌਣ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਗੁਰਬਾਣੀ ਸਾਨੂੰ ਕਿਹਦਾ ਗਿਆਨ ਦਿੰਦੀ ਹੈ? ਸਾਨੂੰ ਗੁਰਬਾਣੀ ਕਾਦਰ ਦਾ, ਕਰਤੇ ਦਾ, ਨਿਰੰਕਾਰ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਗਿਆਨ ਦਿੰਦੀ ਹੈ।
ਅਸੀਂ ਗੁਰਬਾਣੀ ਨੂੰ ਪੜ੍ਹ ਸੁਣ ਕੇ ਅਕਾਲ ਪੁਰਖ ਦੀ ਸੋਝੀ ਲੈਣੀ ਹੈ, ਤਾਂ ਕਿ ਸਾਨੂੰ ਕਰਤੇ ਦੀ ਸਮਝ ਆ ਜਾਏ ਤੇ ਉਹ ਮਾਲਕ ਵਾਹਿਗੁਰੂ ਆਪਣਾ ਆਪਾ ਉਹਨਾਂ ਨੂੰ ਸਮਝਾਉਂਦਾ ਹੈ ਜਿਨ੍ਹਾਂ ਦੇ ਕੋਲ ਗੁਰੂ ਦੀ ਮੱਤ ਹੁੰਦੀ ਹੈ। ਆਪਣੀ ਮੱਤ ਦੇ ਨਾਲ ਅਸੀਂ ਕੁਦਰਤ ਨੂੰ ਸਮਝ ਸਕਦੇ ਹਾਂ, ਪਰ ਕਾਦਰ ਨੂੰ ਨਹੀਂ। ਅੱਜ ਵਿਗਿਆਨ ਦੇ ਤਲ ਤੇ ਅਸੀਂ ਕੁਦਰਤ ਨੂੰ ਬਹੁਤ ਨੇੜੇ ਹੋ ਕੇ ਜਾਣ ਲਿਆ। ਬੜਾ ਕੁਝ ਸਾਨੂੰ ਕੁਦਰਤ ਵਿੱਚੋਂ ਦੀ ਮਿਲਿਆ, ਕਿਉਂਕਿ ਸਾਇੰਸ ਨੇ, ਵਿਗਿਆਨ ਨੇ ਬਹੁਤ ਨੇੜੇ ਹੋ ਕੇ ਕੁਦਰਤ ਵਿੱਚੋਂ ਬਹੁਤ ਕੁਝ ਲੱਭ ਕੇ ਸਾਡੇ ਸਾਹਮਣੇ ਲਿਆਂਦਾ। ਪਰ ਵਿਗਿਆਨ ਦੇ ਕੋਲ ਉਹ ਮੱਤ ਨਹੀਂ ਹੈ ਜਿਹਦੇ ਨਾਲ ਕਰਤੇ ਨੂੰ ਸਮਝਿਆ ਜਾ ਸਕੇ। ਵਿਗਿਆਨ ਕੋਲ, ਵਿਗਿਆਨੀ ਦੇ ਕੋਲ ਉਹ ਮੱਤ ਨਹੀਂ ਕਿ ਕਾਦਰ ਨੂੰ ਸਮਝਿਆ ਜਾ ਸਕੇ। ਉਹਦੇ ਵਾਸਤੇ ਸਾਨੂੰ ਗੁਰੂ ਦੀ ਮੱਤ ਦੀ ਲੋੜ ਹੈ। ਇਸ ਲਈ ਜਿਨ੍ਹਾਂ ਨੂੰ ਗੁਰੂ ਦੀ ਮੱਤ ਮਿਲੀ, ਉਹਨਾਂ ਨੂੰ ਫਿਰ ਅਕਾਲ ਪੁਰਖ ਕਰਤੇ ਦੀ ਸੋਝੀ ਆਈ, ਸਮਝ ਆਈ। ਪਰ ਗੁਰੂ ਦੀ ਮੱਤ ਕਿਹਨੂੰ ਮਿਲੀ? ਜਿਹਦੇ ਉੱਤੇ ਉਸ ਮਾਲਕ ਨੇ ਆਪ ਕਿਰਪਾ ਕੀਤੀ। ਜਾਂ ਇਸ ਤਰ੍ਹਾਂ ਕਹਿ ਲਈਏ ਕਿ ਗੁਰਮਤੀ ਆਪ ਬੁਝਾਵਣਿਆ, ਉਹ ਆਪ ਹੀ ਗੁਰੂ ਦੀ ਮੱਤ ਦੇ ਕੇ ਆਪਣਾ ਆਪਾ ਜਿਹੜਾ ਉਹ ਸਾਨੂੰ ਸਮਝਾਉਂਦਾ, ਸੋਝੀ ਦਿੰਦਾ ਹੈ। ਤੇ ਜਿਹਨੂੰ ਸੋਝੀ ਆਈ ਉਹਦੇ ਮਨ ਵਿੱਚ ਹੀ ਉਹਦਾ ਨਾਮ ਵਸਿਆ। ਜਿਹਨੂੰ ਸਮਝ ਆ ਗਈ ਹੈ ਉਹਨਾਂ ਨੂੰ ਹੀ ਕਰਤੇ ਦੀ ਕਹਿੰਦੇ ਸਮਝ ਜਦੋਂ ਆਈ ਤੇ ਮਨ ਵਿੱਚ ਨਾਮ ਵਸਿਆ। ਤੇ ਜਦੋਂ ਨਾਮ ਵਸਿਆ ਤੇ ਸਭ ਕਹਿੰਦੇ ਫਿਰ ਮੈਂ ਉਹਨਾਂ ਤੋਂ ਵਾਰੇ ਜਾਵਾਂ, ਮੈਂ ਉਹਨਾਂ ਤੋਂ ਸਦਕੇ ਜਾਵਾਂ, ਕਿਉਂਕਿ ਉਹ ਵਿਰਲੇ ਨੇ ਸੰਸਾਰ ਵਿੱਚ ਜਿਹੜੇ ਕਰਤੇ ਨੂੰ ਸਮਝ ਕੇ ਗੁਰੂ ਦੀ ਮੱਤ ਲੈ ਕੇ ਆਪਣੇ ਮਨ ਵਿੱਚ ਸੱਚੇ ਨਾਮ ਨੂੰ ਵਸਾ ਲੈਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ ਵੀ ਤੁਹਾਨੂੰ ਮੱਤ ਦੇ ਕੇ ਸੱਚੇ ਨਾਮ ਦੇ ਨਾਲ ਜੋੜਿਆ ਹੈ, ਪਰ ਜੇ ਤੁਸੀਂ ਮਨ ਕਰਕੇ ਮੰਨੋਗੇ ਤਾਂ ਇਹ ਨਾਮ ਤੁਹਾਡੇ ਅੰਦਰ ਵਸ ਸਕਦਾ ਹੈ, ਵਰਨਾ ਨਹੀਂ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ। ਜੇ ਕੋਈ ਮਨ ਕਰਕੇ ਇਹਨੂੰ ਮੰਨੇਗਾ ਤਾਂ ਉਹਨਾਂ ਵਾਸਤੇ ਇਹ ਨਾਮ ਨਿਰਅੰਜਨ, ਅੰਜਨ ਤੋਂ, ਮਾਇਆ ਦੇ ਲੇਪ ਤੋਂ ਨਿਰਲੇਪ ਹੈ। ਇਹਦੇ ਉੱਤੇ ਮਾਇਆ ਦਾ ਲੇਪ ਨਹੀਂ ਹੁੰਦਾ। ਇਹ ਤ੍ਰੈ ਗੁਣੀ ਮਾਇਆ ਤੇ ਤੋਂ ਵੱਖਰਾ ਪਵਿੱਤਰ ਹੈ ਨਾਮ ਪਰਮੇਸ਼ਵਰ ਦਾ। ਪਰ ਜੇ ਕੋਈ ਮਨ ਕਰਕੇ ਇਹਨੂੰ ਮੰਨ ਲਏਗਾ, ਇਸ ਲਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਾਵਨ ਪੰਕਤੀਆਂ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜਮਹਿ ਫੇਰ ਪਵਹਿ ਕਨੇਰੇ। ਤੂੰ ਇੱਕ ਨਿਹਚਲ ਅਗੰਮ ਅਪਾਰ, ਗੁਰਮਤੀ ਬੂਝ ਬੁਝਾਵਣਿਆ। ਸ਼ਬਦ ਦੀ ਆਰੰਭਤਾ ਇੱਥੋਂ ਹੁੰਦੀ ਹੈ। ਪਹਿਲਾ ਪਦਾ ਹੈ ਇਸ ਸ਼ਬਦ ਦਾ। ਇਹ 8 ਪਦਿਆਂ ਵਾਲਾ ਪਾਵਨ ਸ਼ਬਦ ਹੈ। ਤੇ ਆਰੰਭਤਾ ਵਿੱਚ ਗੁਰੂ ਮਹਾਰਾਜ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਵਰਨ ਰੂਪ ਵਰਤਹਿ ਸਭ ਤੇਰੇ। ਜਿੰਨੇ ਵੀ ਇਹ ਮਨੁੱਖਾ ਜੀਵ ਨੇ, ਸੰਸਾਰ ਵਿੱਚ ਪ੍ਰਾਣੀ ਨੇ, ਹਰ ਇੱਕ ਦੇ ਅੰਦਰ ਤੇਰਾ ਹੀ ਰੂਪ ਰੰਗ ਵਰਤ ਰਿਹਾ ਹੈ। ਹਾਲਾਂਕਿ ਉਹਦਾ ਕੋਈ ਆਪਣਾ ਰੂਪ ਰੰਗ ਨਹੀਂ, ਪਰ ਜਦੋਂ ਕੁਦਰਤ ਨੂੰ ਸਾਜਿਆ ਹੈ ਤੇ ਇਹ ਸਾਰੇ ਰੰਗ ਉਸ ਨਿਰੰਕਾਰ ਦੇ ਨੇ। ਸਭੈ ਰੰਗ ਨਾਰਾਇਣੈ ਜੇਤੇ ਮਨ ਭਵਨ। ਆ ਕੁਦਰਤ ਦੇ ਜਿੰਨੇ ਰੰਗ ਅਸੀਂ ਵੇਖ ਰਹੇ ਹਾਂ, ਇਹ ਸਭ ਕਰਤੇ ਦੇ ਨੇ ਜਿਹੜੇ ਸਾਨੂੰ ਭਾਉਂਦੇ ਨੇ। ਹੁਣ ਮਨੁੱਖਾ ਜਨਮ ਇੱਕੋ ਹੀ ਹੈ, ਪਰ ਸਾਰਿਆਂ ਦੀਆਂ ਸ਼ਕਲਾਂ ਸੂਰਤਾਂ ਵੱਖਰੀਆਂ ਨੇ। ਸਾਡੇ ਰੰਗ ਵੱਖਰੇ ਨੇ, ਸਾਡੇ ਜਿਹੜੇ ਚਿਹਰੇ ਦੀ ਬਣਾਵਟ ਵੱਖਰੀ ਵੱਖਰੀ ਹੈ।
ਪਰ ਸਭਨਾਂ ਨੂੰ ਬਣਾਉਣ ਵਾਲਾ ਇੱਕੋ ਹੀ ਹੈ। ਸਭਨਾਂ ਦੇ ਵਿੱਚ ਵਰਤ ਰਿਹਾ ਜਿਹੜਾ ਉਹ ਇੱਕੋ ਹੀ ਹੈ। ਸਾਨੂੰ ਬਾਹਰ ਜਿਹੜਾ ਸੀ ਉਹ ਭਰਮ ਦੇ ਵਿੱਚ ਪਾ ਕੇ ਉਲਝਾ ਦਿੱਤਾ, ਇਨਸਾਨ ਨੂੰ ਇਨਸਾਨ ਨਾਲੋਂ ਹੀ ਦੂਰ ਕਰ ਦਿੱਤਾ, ਮਨੁੱਖ ਨੂੰ ਮਨੁੱਖ ਨਾਲੋਂ ਹੀ ਵੰਡ ਕੇ ਰੱਖ ਦਿੱਤਾ, ਚਾਰ ਹਿੱਸਿਆਂ ਦੇ ਵਿੱਚ ਵੰਡ ਕਰ ਦਿੱਤੀ। ਪਰ ਇਹ ਭੁੱਲ ਗਏ ਵੀ ਚਾਰਾਂ ਵਿੱਚ ਵਰਤ ਤਾਂ ਇੱਕੋ ਹੀ ਰਿਹਾ ਤੇ ਚਾਰਾਂ ਨੂੰ ਬਣਾਉਣ ਵਾਲਾ ਵੀ ਇੱਕੋ ਹੀ ਹੈ। ਪਰ ਸਾਡੀ ਮੱਤ, ਸਾਡੀ ਸੋਚ ਨੇ ਐਸਾ ਮਨੁੱਖ ਨੂੰ ਉਲਝਾਇਆ ਕਿ ਚਾਰ ਹਿੱਸਿਆਂ ਵਿੱਚ ਇਹਨੂੰ ਵੰਡ ਦਿੱਤਾ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਔਰ ਜਦੋਂ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਵਿੱਚ ਵੰਡਿਆ, ਉਹਨਾਂ ਆਖਿਆ ਜੀ ਇਹ ਦੋ ਜਿਹੜੀਆਂ ਜਾਤਾਂ ਨੇ ਇਹ ਨੀਵੀਆਂ ਨੇ, ਇਹ ਦੋ ਜਿਹੜੇ ਨੇ ਇਹ ਉੱਚ ਜਾਤੀ ਦੇ ਮੰਨੇ ਜਾਣਗੇ। ਹੁਣ ਉਹ ਐਸਾ ਵੱਖਰਾ ਕਰ ਦਿੱਤਾ ਕਿ ਅੱਜ ਊਚ ਨੀਚਤਾ ਦਾ ਮਤ ਭੇਦ ਕਿ ਅਸੀਂ ਧਰਮ ਦੇ ਅਸਥਾਨ ਵੀ ਊਚ ਨੀਚਤਾ ਵਿੱਚ ਵੰਡ ਦਿੱਤੇ। ਕਬੀਰ ਸਾਹਿਬ ਜੀ ਨੂੰ ਕ੍ਰਾਂਤੀਕਾਰੀ ਕਿਉਂ ਕਹਿੰਦੇ ਆ? ਕਿਉਂਕਿ ਸਭ ਤੋਂ ਵੱਡੀ ਜਾਗਰਤਾ ਉਹਨਾਂ ਨੇ ਆਪਣੇ ਸਮੇਂ ਵਿੱਚ ਲਿਆਂਦੀ। ਲੋਕਾਂ ਨੂੰ ਸਮਝਾਇਆ, ਧਰਮ ਦੇ ਪੁਜਾਰੀਆਂ ਨੂੰ ਸਮਝਾਇਆ ਕਿ ਤੁਸੀਂ ਇਹ ਚਾਰ ਹਿੱਸਿਆਂ 'ਚ ਮਨੁੱਖ ਵੰਡ ਦਿੱਤਾ, ਪਰ ਇਹਦੇ ਅੰਦਰ ਜਿਹੜੀ ਰੱਬੀ ਜੋਤ ਹੈ ਉਹਨੂੰ ਕਿਵੇਂ ਵੰਡੋਗੇ? ਜਿਸ ਕਰਤੇ ਨੇ ਚਾਰਾਂ ਨੂੰ ਸਾਜਿਆ ਹੈ ਉਹਨੂੰ ਚਾਰ ਹਿੱਸਿਆਂ 'ਚ ਵੰਡੋਗੇ? ਇਸ ਧਰਤੀ ਨੂੰ ਵੰਡਿਆ ਜਾ ਸਕਦਾ ਹੈ, ਧਰਤੀ ਦੇ ਹਿੱਸੇ ਟੁਕੜੇ ਕੀਤੇ ਜਾ ਸਕਦੇ ਆ, ਆਪਣੇ ਆਪਣੇ ਮੁਲਕਾਂ ਦੀ ਮੋਹਰ ਇਹਦੇ ਤੇ ਲਾਈ ਜਾ ਸਕਦੀ ਹੈ, ਬਾਰਡਰ ਲਾਈਨ ਬਣਾਈ ਜਾ ਸਕਦੀ ਹੈ ਵੀ ਇਹ ਸਾਡਾ ਮੁਲਕ ਹੈ, ਇਹ ਤੁਹਾਡਾ ਮੁਲਕ ਹੈ, ਇੱਥੋਂ ਸਾਡੀ ਹੱਦ ਸ਼ੁਰੂ ਹੁੰਦੀ ਹੈ, ਇੱਥੋਂ ਤੁਹਾਡੀ ਹੱਦ ਸ਼ੁਰੂ ਹੁੰਦੀ ਹੈ। ਜਿੰਨੇ ਵੀ ਇਸ ਧਰਤੀ ਤੇ ਬਾਰਡਰ ਲਾਈਨ ਬਣਾਈ, ਇਸ ਧਰਤੀ ਨੂੰ ਵੰਡਿਆ ਗਿਆ। ਕਦੇ ਸੂਰਜ ਨੂੰ ਵੀ ਆਪਾਂ ਵੰਡ ਸਕਦੇ ਹਾਂ, ਸੂਰਜ ਤੇ ਵੀ ਕਦੇ ਅਸੀਂ ਆਪਣੇ ਬਾਰਡਰ ਲਾਈਨ ਬਣਾ ਸਕਦੇ ਹਾਂ ਵੀ ਇੰਨਾ ਸੂਰਜ ਦਾ ਚਾਨਣ ਸਾਡਾ ਹੈ ਤੇ ਇੰਨਾ ਸੂਰਜ ਦਾ ਚਾਨਣ ਤੁਹਾਡਾ ਹੈ। ਕਿਉਂ ਨਹੀਂ ਉੱਥੇ ਸਾਡਾ ਜ਼ੋਰ ਚੱਲਦਾ? ਕਿਉਂਕਿ ਉੱਥੇ ਜ਼ੋਰ ਚੱਲ ਹੀ ਨਹੀਂ ਸਕਦਾ। ਅਸੀਂ ਕੁਦਰਤ ਤੇ ਆਪਣਾ ਜ਼ੋਰ ਜਿਹੜਾ ਉਹ ਦਿਖਾ ਰਹੇ ਹਾਂ, ਤਾਂ ਹੀ ਤੇ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ, ਪਰ ਕਾਦਰ ਤੇ ਸਾਡਾ ਜ਼ੋਰ ਨਹੀਂ ਚੱਲਦਾ। ਸੂਰਜ ਦੇ ਰੋਸ਼ਨੀ ਨੂੰ ਵੰਡਿਆ ਨਹੀਂ ਜਾ ਸਕਦਾ। ਸੂਰਜ ਇੱਕ ਹੈ ਔਰ ਹਰ ਮੁਲਕ ਦੇ ਉੱਤੇ ਜੇ ਚਾਨਣ ਹੋ ਰਿਹਾ ਤੇ ਇੱਕੋ ਹੀ ਸੂਰਜ ਦਾ ਹੋ ਰਿਹਾ, ਕੋਈ ਵੱਖ-ਵੱਖ ਨਹੀਂ ਕਿ ਜਿੰਨੇ ਮੁਲਕ ਨੇ ਉਨੇ ਹੀ ਸੂਰਜ ਨੇ। ਇੱਕੋ ਹੀ ਸੂਰਜ ਸਭਨਾਂ ਨੂੰ ਪ੍ਰਕਾਸ਼ ਦੇ ਰਿਹਾ, ਚਾਨਣ ਦੇ ਰਿਹਾ। ਤੇ ਮਹਾਰਾਜ ਕਹਿੰਦੇ ਸਰੀਰ ਤਾਂ ਵੰਡ ਲਏ, ਅੰਦਰ ਦੀ ਰੱਬੀ ਜੋਤ ਕਿਵੇਂ ਵੰਡੋਗੇ? ਸਰੀਰ ਨੂੰ ਤਾਂ ਵੰਡ ਕੇ ਚਾਰ ਹਿੱਸਿਆਂ ਵਿੱਚ ਕਰ ਦਿੱਤਾ, ਪਰ ਉਸ ਪਰਮੇਸ਼ਵਰ ਨੂੰ ਕਿਵੇਂ ਵੰਡੋਗੇ? ਉਹ ਵੰਡਿਆ ਹੀ ਨਹੀਂ ਜਾ ਸਕਦਾ, ਉਹਦੀ ਵੰਡ ਕੀਤੀ ਨਹੀਂ ਜਾ ਸਕਦੀ। ਇਸ ਲਈ ਕਹਿ ਰਹੇ ਆ ਕਿ ਹੇ ਅਕਾਲ ਪੁਰਖ ਜੀ, ਤੁਹਾਡਾ ਕੋਈ ਵਰਨ ਕਹਿੰਦੇ ਰੰਗ, ਤੁਹਾਡਾ ਕੋਈ ਰੂਪ, ਕੋਈ ਜਿਹੜਾ ਉਹ ਰੰਗ ਆਪਣਾ ਨਹੀਂ, ਪਰ ਸਭਨਾਂ ਦੇ ਜਿੰਨੇ ਇਹ ਰੂਪ ਰੰਗ ਨੇ ਸਭਨਾਂ ਵਿੱਚ ਵਰਤ ਤੁਸੀਂ ਆਪ ਹੀ ਰਹੇ ਹੋ। ਇਹ ਤੁਹਾਡੇ ਹੀ ਰੂਪ ਰੰਗ ਜਿਹੜੇ ਨੇ ਇਹ ਬਣਾਏ ਹੋਏ ਨੇ। ਵਰਨ ਰੂਪ ਵਰਤਹਿ ਸਭ ਤੇਰੇ, ਇਹ ਸਭਨਾਂ ਵਿੱਚ ਤੂੰ ਆਪ ਹੀ ਵਰਤ ਰਿਹਾ ਹੈ। ਪਰ ਜਿਹਨੂੰ ਸਮਝ ਨਹੀਂ ਆਈ, ਮਰ ਮਰ ਜੰਮੈ ਫਿਰ ਪਵਹਿ ਕਨੇਰੇ, ਜਿਹਨੂੰ ਕਰਤੇ ਦੀ ਸਮਝ ਨਹੀਂ ਆਈ ਉਹ ਫਿਰ ਜੰਮ ਕੇ ਮਰਦਾ ਹੈ, ਮਰ ਕੇ ਜੰਮਦਾ ਹੈ, ਜੰਮ ਕੇ ਮਰਦਾ ਹੈ। ਇਹ ਫੇਰ ਬਣਿਆ ਰਹਿੰਦਾ ਹੈ ਔਰ ਇੱਕ ਵਾਰ ਨਹੀਂ। ਕਹਿੰਦੇ ਕਨੇਰੇ ਬਹੁਤੀ, ਸਾਡਾ ਜਿਹੜਾ ਫੇਰਾ ਇੱਕ ਵਾਰੀ ਨਹੀਂ ਹੈ। ਅਸੀਂ ਪਹਿਲੀ ਵਾਰ ਨਹੀਂ ਇਸ ਧਰਤੀ ਤੇ ਆਏ ਆ, ਰੱਬੀ ਜੋਤ ਕਰਕੇ ਪਤਾ ਨਹੀਂ ਕਿੰਨੀ ਵਾਰ ਆਏ ਆ। ਆਤਮਕ ਤਲ ਤੇ ਅਸੀਂ ਪਤਾ ਹੀ ਨਹੀਂ ਕਿੰਨੀ ਵਾਰ ਇਸ ਧਰਤੀ ਤੇ ਆਏ ਆ, ਗਏ ਆ, ਜੰਮੇ ਆ, ਮਰੇ ਆ, ਕੋਈ ਹਿਸਾਬ ਹੀ ਨਹੀਂ ਹੈ।
ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ। ਸਾਡੇ ਫੇਰੇ ਬਹੁਤ ਪੈ ਚੁੱਕੇ ਆ ਇਸ ਧਰਤੀ ਤੇ, ਕਦੇ ਕੋਈ ਸਰੀਰ ਮਿਲਦਾ, ਕਦੇ ਕੋਈ ਸਰੀਰ ਮਿਲਦਾ, ਆਉਣਾ ਜਾਣਾ ਸਾਡਾ ਪਤਾ ਹੀ ਨਹੀਂ ਕਦੋਂ ਦਾ ਬਣਿਆ ਹੋਇਆ। ਪਰ ਇਸ ਵਾਰ ਅਸੀਂ ਆਪਣਾ ਫੇਰਾ ਮੁਕਾਉਣਾ ਚਾਹੁੰਦੇ ਹਾਂ। ਇਸ ਵਾਰ ਅਸੀਂ ਜੰਮਣ ਮਰਨ ਚੋਂ ਨਿਕਲਣਾ ਚਾਹੁੰਦੇ ਹਾਂ, ਨਾ ਜਨਮ ਹੋਵੇ ਨਾ ਮਰਨ ਹੋਵੇ। ਪਰ ਜਿਹਨੂੰ ਕਰਤੇ ਦੀ ਜਦੋਂ ਤੱਕ ਸਮਝ ਨਹੀਂ ਆਏਗੀ, ਇਹ ਫੇਰ ਚੱਲਦਾ ਹੀ ਰਹਿਣਾ, ਇਹ ਫੇਰਾ ਪੈਂਦਾ ਹੀ ਰਹਿਣਾ। ਇਹ ਗੇੜੇ ਜਿਹੜੇ ਆ ਸੰਸਾਰ ਵਿੱਚ ਸਾਡੇ ਚੱਲਦੇ ਹੀ ਰਹਿਣੇ ਆ, ਕਿਉਂਕਿ ਅੰਦਰ ਦੀ ਸੋਝੀ ਨਹੀਂ ਨਾ, ਬਾਹਰ ਦੀ ਸਮਝ ਹੈ। 4 ਗੇੜੇ ਕਿਤੇ ਮਾਰੋ ਤੇ 5ਵੀਂ ਵਾਰੀ ਬੰਦਾ ਹੱਥ ਜੋੜ ਕੇ ਕਹਿੰਦਾ ਮੇਰੇ ਕੋਲੋਂ ਬਾਰ-ਬਾਰ ਗੇੜੇ ਨਹੀਂ ਲੱਗਦੇ। ਪਰ ਇਹਨੂੰ ਇਹ ਨਹੀਂ ਪਤਾ ਵੀ ਮੈਂ ਸੰਸਾਰ ਵਿੱਚ ਕਿੰਨੀ ਵਾਰ ਗੇੜੇ ਲਾ ਚੁੱਕਾ। ਹਰ ਵਾਰੀ ਖਾਲੀ ਹੱਥ ਜਾਣਾ, ਹਰ ਵਾਰੀ ਅਧੂਰਾ ਹੀ ਬਣ ਕੇ ਜਾਣਾ। ਪਰ ਇਸ ਵਾਰ ਮੈਂ ਪੂਰੇ ਨੂੰ ਸਮਝ ਕੇ, ਪੂਰੇ ਦੀ ਆਰਾਧਨਾ ਕਰਕੇ ਮੈਂ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਜਾਣਾ। ਤੇ ਮਹਾਰਾਜ ਕਹਿੰਦੇ ਫਿਰ ਇੱਕੋ ਹੀ ਤਰੀਕਾ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ। ਜੇ ਤੂੰ ਪੂਰੇ ਨੂੰ ਪਾ ਕੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਨਾ ਚਾਹੁੰਦਾ ਹੈ ਤੇ ਫਿਰ ਪੂਰੇ ਕੇ ਗੁਣ ਗਾਓ। ਫਿਰ ਤੂੰ ਉਸ ਪੂਰੇ ਦੇ ਗੁਣ ਗਾਇਆ ਕਰ ਰੱਬੀ ਬਾਣੀ ਦੇ ਰਾਹੀਂ। ਲੋਕ ਕਹਿ ਦੇਣਗੇ ਵੀ ਅੱਜ ਫਲਾਣਾ ਬੰਦਾ ਪੂਰਾ ਹੋ ਗਿਆ, ਉਹਦੇ ਸਵਾਸ ਪੂਰੇ ਹੋ ਗਏ, ਉਹਦੀ ਜ਼ਿੰਦਗੀ ਦਾ ਸਫ਼ਰ ਪੂਰਾ ਹੋ ਗਿਆ, ਪਰ ਉਹਦਾ ਅਧਿਆਤਮਕ ਸਫ਼ਰ ਪੂਰਾ ਨਹੀਂ ਹੋਇਆ। ਉਹ ਬਾਹਰੋਂ ਸਮੇਂ ਕਰਕੇ ਪੂਰਾ ਹੋ ਗਿਆ ਹੋਏਗਾ, ਪਰ ਅੰਦਰ ਦੀ ਯਾਤਰਾ ਅਜੇ ਅਧੂਰੀ ਹੈ, ਅੰਦਰ ਤੇ ਹਜੇ ਮੁਕਾਮ ਤੇ ਪਹੁੰਚਿਆ ਹੀ ਨਹੀਂ। ਇਸ ਲਈ ਸਾਹਿਬ ਕਹਿੰਦੇ, ਹੇ ਵਾਹਿਗੁਰੂ ਜੀ, ਤੁਹਾਡਾ ਕੋਈ ਰੂਪ ਰੰਗ ਨਹੀਂ, ਇਹ ਸਾਰੇ ਰੂਪ ਰੰਗ ਤੁਹਾਡੇ ਨੇ, ਤੁਸੀਂ ਸਭਨਾਂ ਵਿੱਚ ਵਰਤ ਰਹੇ ਹੋ। ਪਰ ਜਿਹਨੂੰ ਸਮਝ ਨਹੀਂ ਆਈ, ਉਹ ਹਉਮੈ ਵਿੱਚ, ਹੰਕਾਰ ਦੇ ਵਿੱਚ ਹੀ ਮਰ ਮਰ ਜੰਮੈ, ਮਰ ਮਰ ਕੇ ਜੰਮਦਾ ਹੈ। ਫਿਰ ਪਵਹਿ ਕਨੇਰੇ, ਫਿਰ ਜਦੋਂ ਫੇਰਾ ਪੈਂਦਾ ਫਿਰ ਬਹੁਤੇ ਜਨਮਾਂ ਵਿੱਚ ਭਟਕਦਾ ਹੀ ਰਹਿ ਜਾਂਦਾ ਹੈ। ਜਿੰਨਾ ਚਿਰ ਸਾਨੂੰ ਕਰਤੇ ਦੀ ਸਮਝ ਨਹੀਂ ਨਾ ਆਏਗੀ, ਜਾਂ ਇਦਾਂ ਕਹਿ ਲਵਾਂ, ਜਿੰਨਾ ਚਿਰ ਇੱਕ ਓੰਕਾਰ ਦੀ ਸਮਝ ਨਹੀਂ ਆਏਗੀ, ਉਨਾ ਚਿਰ ਸਾਡਾ ਜੰਮਣਾ ਮਰਨਾ ਨਹੀਂ ਮੁੱਕ ਸਕਦਾ। ਇਸ ਲਈ ਸਾਹਿਬ ਕਹਿੰਦੇ, ਤੂੰ ਏਕੋ ਨਹਿ ਚਲ ਅਗੰਮ ਅਪਾਰਾ। ਹੇ ਅਕਾਲ ਪੁਰਖ ਜੀ, ਤੁਸੀਂ ਇੱਕ ਹੋ, ਨਿਹਚਲ ਹੋ, ਚਲਾਏਮਾਨ ਨਹੀਂ। ਪਰਮੇਸ਼ਵਰ ਇਸ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਹੈ, ਸੰਸਾਰ ਦੀ ਰਚਨਾ ਤੋਂ ਬਾਅਦ ਵੀ ਹੈ, ਔਰ ਸੰਸਾਰ ਦੇ ਮਿਟ ਜਾਣ ਤੋਂ ਬਾਅਦ ਵੀ ਉਹ ਅਟਲ ਹੈ, ਉਹ ਸਦੀਵੀ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੋਸੀ ਮੈਨੇ ਆਉਣ ਵਾਲਾ ਸਮਾਂ, ਉਹ ਸਦੀਵੀ ਸੱਚ ਹੈ। ਸਾਡਾ ਤੇ ਪਤਾ ਹੀ ਨਹੀਂ, ਸਵੇਰੇ ਹਾਂ ਤੇ ਸ਼ਾਮ ਨੂੰ ਪਤਾ ਨਹੀਂ ਹੋਵਾਂਗੇ ਕਿ ਨਹੀਂ, ਅੱਜ ਹਾਂ ਕੱਲ ਨੂੰ ਪਤਾ ਨਹੀਂ ਅਸੀਂ ਹੋਵਾਂਗੇ ਕਿ ਨਹੀਂ। ਇਸ ਲਈ ਪਰਮੇਸ਼ਵਰ ਜਿਹੜਾ ਉਹ ਨਿਹਚਲ, ਅਸੀਂ ਚਲਾਏਮਾਨ ਆ। ਬਚਪਨ ਚਲਾ ਗਿਆ, ਜੋਬਨ ਚਲਾ ਗਿਆ, ਇੱਕ ਦਿਨ ਬੁਢੇਪਾ ਚਲੇ ਜਾਣਾ, ਅਸੀਂ ਵੀ ਇੱਕ ਦਿਨ ਦੁਨੀਆ ਤੋਂ ਚਲੇ ਜਾਣਾ, ਪਰ ਉਹ ਨਿਹਚਲ ਹੈ। ਅਗੰਮ, ਅਗਾਹਾਂ ਤੋਂ ਵੀ ਅਗਾਹਾਂ ਹੈ, ਜਿੱਥੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ। ਅਪਾਰ ਹੈ, ਉਹ ਬੇਅੰਤ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਅਕਰਤਾ ਅਕਾਲ ਪੁਰਖ ਜੀਓ, ਤੁਸੀਂ ਨਿਹਚਲ ਹੋ, ਅਗੰਮ ਹੋ, ਅਪਾਰ ਹੋ, ਪਰ ਜੇ ਤੁਹਾਨੂੰ ਸਮਝਣਾ ਹੋਵੇ, ਗੁਰਮਤੀ ਬੂਝ ਬੁਝਾਵਣਿਆ, ਤੁਸੀਂ ਆਪਣੀ ਸੋਝੀ ਗੁਰੂ ਦੀ ਮੱਤ ਰਾਹੀਂ ਦਿੰਦੇ ਹੋ ਤੇ ਆਪਣੀ ਸੋਝੀ ਦੇ ਕੇ ਉਹਨਾਂ ਨੂੰ ਸਮਝਾ ਦਿੰਦੇ ਹੋ ਕਿ ਇਹ ਅਨੇਕਤਾ ਵਿੱਚ ਵੀ ਮੈਂ ਇੱਕ ਹਾਂ। ਤੇ ਜਦੋਂ ਅਨੇਕਤਾ ਨੂੰ ਸੰਕੋਚ ਲੈਣਾ ਤਾਂ ਵੀ ਇੱਕ ਦਾ ਇੱਕ ਹੀ ਰਹਿਣਾ ਹੈ। ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਉਹ ਇੱਕ ਤੋਂ ਅਨੇਕ ਹੋ ਗਿਆ,
ਔਰ ਅਨੇਕ, ਜਦੋਂ ਅਨੇਕਤਾ ਨੂੰ ਉਹਨੇ ਇਕੱਠਾ ਕਰਕੇ ਸਮੇਟ ਲੈਣਾ, ਫਿਰ ਇੱਕ ਹੀ ਰਹਿ ਜਾਣਾ। ਜਿਵੇਂ ਕਠਪੁਤਲੀਆਂ ਦਾ ਨਾਚ ਤੁਸੀਂ ਪੁਰਾਤਨ ਸਮੇਂ ਬਜ਼ੁਰਗਾਂ ਨੇ ਵੇਖਿਆ ਹੋਇਆ ਹੈ। ਮੰਚ ਦੇ ਉੱਤੇ ਕਿੰਨਾ ਖਿਲਾਰਾ ਜਿਹੜਾ ਉਹ ਖਿਲਾਰਦੇ ਆ, ਕਠਪੁਤਲੀਆਂ ਨੱਚਦੀਆਂ ਨੇ, ਬੜਾ ਲੋਕ ਇਕੱਠੇ ਹੁੰਦੇ ਆ, ਮੇਲਾ ਲੱਗ ਜਾਂਦਾ ਹੈ। ਉਹਨਾਂ ਸਾਰੀਆਂ ਕਠਪੁਤਲੀਆਂ ਦੀ ਡੋਰ ਇੱਕੋ ਦੇ ਹੱਥ ਉਂਗਲਾਂ ਵਿੱਚ ਹੁੰਦੀਆਂ। ਉਹ ਸਾਰੀਆਂ ਕਠਪੁਤਲੀਆਂ ਇੱਕ ਦੇ ਹੱਥ ਵਿੱਚ ਹੀ ਨੱਚਦੀਆਂ ਨੇ, ਤੇ ਜਦੋਂ ਉਹਦੀ ਖੇਡ ਪੂਰੀ ਹੋ ਜਾਂਦੀ ਹੈ, ਉਹ ਸਾਰੀਆਂ ਕਠਪੁਤਲੀਆਂ ਇਕੱਠੀਆਂ ਕਰਕੇ ਆਪਣੇ ਝੋਲੇ 'ਚ ਪਾ ਲੈਂਦਾ ਹੈ ਤੇ ਤੁਰ ਪੈਂਦਾ ਹੈ। ਤੇ ਮੇਲਾ ਜਿੰਨਾ ਇਕੱਠਾ ਹੋਇਆ ਸੀ ਸਭ ਆਪੋ ਆਪਣੇ ਘਰਾਂ ਨੂੰ ਤੁਰ ਜਾਂਦਾ ਹੈ। ਉੱਥੇ ਕੀ ਰਹਿ ਜਾਂਦਾ ਹੈ? ਕੁਛ ਵੀ ਨਹੀਂ। ਇਸ ਲਈ ਇਹ ਸਾਰੇ ਆਪਾਂ ਇੱਕ ਕਰਤੇ ਦੀਆਂ ਕਠਪੁਤਲੀਆਂ ਹਾਂ। ਸਾਡੀ ਡੋਰ ਉਸ ਮਾਲਕ ਦੇ ਹੱਥ ਵਿੱਚ ਹੈ, ਪਰ ਸਮਝ ਕਦੋਂ ਆਏਗੀ? ਗੁਰੂ ਦੀ ਮੱਤ ਲੈ ਕੇ। ਗੁਰੂ ਦੀ ਮੱਤ ਜਦੋਂ ਸਾਨੂੰ ਮਿਲੇਗੀ, ਫਿਰ ਪਤਾ ਲੱਗਣਾ ਵੀ ਪ੍ਰਭ ਡੋਰੀ ਹੱਥ ਤੁਮਾਰੇ। ਇਹ ਡੋਰ ਤਾਂ ਤੁਹਾਡੇ ਹੱਥ ਵਿੱਚ ਹੈ, ਜਨਮ ਵੀ ਤੁਹਾਡੇ ਹੁਕਮ ਵਿੱਚ ਹੈ, ਮੌਤ ਵੀ ਤੁਹਾਡੇ ਹੁਕਮ 'ਚ ਹੈ। ਇਹ ਜ਼ਿੰਦਗੀ ਦਾ ਸਮਾਂ ਜਿਹੜਾ ਮਿਲਿਆ, ਇਹ ਵੀ ਤੁਹਾਡੇ ਹੁਕਮ ਦੇ ਵਿੱਚ ਹੈ। ਅਸੀਂ ਤੁਹਾਡੇ ਹੁਕਮ ਵਿੱਚ ਆਏ ਹਾਂ, ਹੁਕਮ ਵਿੱਚ ਚਲੇ ਜਾਣਾ, ਕਿਉਂਕਿ ਡੋਰ ਤੁਹਾਡੇ ਹੱਥ ਵਿੱਚ ਹੈ। ਇਹ ਸਮਝ ਆਈ ਗੁਰੂ ਦੀ ਮੱਤ ਦੇ ਰਾਹੀਂ। ਇਸ ਲਈ ਅਕਾਲ ਪੁਰਖ ਵਾਹਿਗੁਰੂ ਨਿਹਚਲ ਹੈ, ਅਗੰਮ ਹੈ, ਅਪਾਰ ਹੈ। ਉਹਦਾ ਕੋਈ ਵਰਨ ਰੂਪ ਨਹੀਂ ਹੈ, ਸਭਨਾ ਵਿੱਚ ਵਰਤ ਰਿਹਾ ਹੈ। ਗੁਰਮਤੀ ਬੂਝ ਬੁਝਾਵਣਿਆ, ਇਹ ਗੁਰੂ ਦੀ ਮੱਤ ਰਾਹੀਂ ਹੀ ਵਾਹਿਗੁਰੂ ਜੀ ਸਾਨੂੰ ਸੋਝੀ ਦਿੰਦੇ ਆ। ਤੇ ਜਿਹਨੂੰ ਸੋਝੀ ਆਉਂਦੀ ਹੈ ਉਹ ਸਮਝ ਜਾਂਦਾ ਹੈ ਕਿ ਕਰਤਾ ਇਸ ਕੁਦਰਤ ਵਿੱਚ ਹੀ ਵਰਤ ਰਿਹਾ ਹੈ। ਹਰ ਇੱਕ ਦੇ ਹਿਰਦੇ ਵਿੱਚ ਸਮਾਇਆ ਹੋਇਆ। ਗੁਰੂ ਦੀ ਮੱਤ ਰਾਹੀਂ ਹੀ ਸਮਝ ਆਏਗੀ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਅਸੀਂ ਇਸੇ ਲਈ ਗੁਰੂ ਸਾਹਿਬ ਅੱਗੇ ਬੇਨਤੀ ਕਰਨੀ ਹੈ। ਜੇ ਸਾਨੂੰ ਹਜੇ ਗੁਰੂ ਦੀ ਮੱਤ ਨਹੀਂ ਨਾ ਮਿਲੀ, ਹਜੇ ਅਸੀਂ ਆਪਣੀ ਆਪਣੀ ਮੱਤ ਲੈ ਕੇ ਚੱਲ ਰਹੇ ਹਾਂ, ਉਲਝ ਰਹੇ ਹਾਂ, ਤਾਂ ਸਾਨੂੰ ਕਿਹਾ ਫਿਰ ਤੂੰ ਅਰਦਾਸ ਕਰ, ਬੇਨਤੀ ਕਰਿਆ ਕਰ ਰੋਜ਼। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮੈਨੂੰ ਰੋਜ਼ ਰੋਜ਼ ਰੱਬ ਨਾ ਬਦਲਨੇ ਪੈਣ, ਤੇ ਕੱਲ ਨੂੰ ਕੋਈ ਪਖੰਡੀ ਰੱਬ ਬਣ ਕੇ ਮੇਰੇ ਸਾਹਮਣੇ ਆਵੇ ਤੇ ਮੈਂ ਧੋਖੇ ਵਿੱਚ ਉਹਨੂੰ ਰੱਬ ਮੰਨ ਕੇ ਬਹਿ ਜਾਵਾਂ ਤੇ ਲੁੱਟਿਆ ਜਾਵਾਂ। ਇਸ ਲਈ ਮੈਨੂੰ ਇੱਕੋ ਦੀ ਸੋਝੀ ਦੇ ਦਿਓ ਤੇ ਮੈਂ ਉਸ ਅਸਲ ਰੱਬ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਲੇਖੇ ਵਿੱਚ ਲਾ ਲਵਾਂ। ਤੋ ਜਿਨ੍ਹਾਂ ਨੂੰ ਗੁਰੂ ਦੀ ਮੱਤ ਮਿਲੀ ਉਹਨਾਂ ਨੂੰ ਸਮਝ ਆਈ, ਤੇ ਜਿਨ੍ਹਾਂ ਨੂੰ ਸਮਝ ਆਈ ਹੈ ਉਹ ਫਿਰ ਇੱਕ ਅਕਾਲ ਪੁਰਖ ਦੇ ਗੁਣ ਗਾਉਂਦੇ ਨੇ, ਇੱਕ ਦੇ ਨਾਲ ਹੀ ਉਹ ਜੁੜ ਜਾਂਦੇ ਹਨ। ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵਿਐ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ। ਸਭ ਏਕਾ ਜੋਤ, ਸਭਨਾ ਵਿੱਚ ਇੱਕ ਹੀ ਜੋਤ ਵਰਤ ਰਹੀ ਹੈ। ਉਸ ਜੋਤ ਨੂੰ ਜੇ ਕੋਈ ਜਾਣ ਲਵੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ